ਤੁਸੀਂ ਸਭ ਜਾਣਦੇ ਹੋ ਕਿ ਜ਼ਿੰਦਗੀ ਵਿੱਚ ਨਾ ਦੋ ਸ਼ਖਸ ਇੱਕ ਦੂਜੇ ਦੇ ਨਾਲ ਜ਼ਿੰਦਗੀ ਗੁਜ਼ਾਰਨ ਦਾ ਫੈਸਲਾ ਕਰਦੇ ਨੇ, ਪਰ ਜਦ ਇਹ ਜਿਹੜਾ ਰਿਸ਼ਤਾ ਹੀ ਮੌਤ ਦਾ ਸਬਬ ਬਣ ਜਾਵੇ ਤਾਂ ਸਵਾਲ ਉੱਠਦੇ ਹੀ ਆ। ਬ੍ਰੇਕਅਪ ਕਰਨਾ ਇੰਨਾ ਮੁਸ਼ਕਿਲ ਲੱਗਦਾ ਹੈ ਤਾਂ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਕਿਸੇ ਨੂੰ ਮਾਰ ਦੇਣਾ ਹੀ ਈਜ਼ੀ ਹੈ। ਅੱਜ ਜੋ ਕੇਸ ਸਾਹਮਣੇ ਆਇਆ ਹੈ ਉਹ ਸਿਰਫ ਬ੍ਰੇਕਿੰਗ ਨਿਊਜ਼ ਨਹੀਂ ਹੈ, ਇੱਕ ਚਿਲਿੰਗ ਰਿਮਾਈਂਡਰ ਹੈ ਕਿ ਜਿੱਥੇ ਹਨੀਮੂਨਸ ਹੋਣੇ ਨੇ ਉੱਥੇ ਹਨੀ ਮਰਡਰਸ ਵੀ ਹੋ ਰਹੇ ਨੇ। ਦੌਰ ਦਾ ਰਾਜਾ ਰਘੁਵੰਸ਼ੀ ਜਿਨ੍ਹਾਂ ਨੇ 1 ਮਹੀਨੇ ਪਹਿਲਾਂ ਵਿਆਹ ਕੀਤਾ ਸੀਗਾ, 20 ਮਈ ਨੂੰ ਸੋਨਮ ਦੇ ਨਾਲ ਇਹ ਹਨੀਮੂਨ ਤੇ ਮੇਘਾਲय ਗਏ ਤੇ 2 ਜੂਨ ਨੂੰ ਕੀ ਹੋਇਆ, ਰਾਜਾ ਦੀ ਲਾਸ਼ ਜਿਹੜੀ ਹੈ ਉਹ ਜੰਗਲ ਵਿੱਚ ਮਿਲੀ। ਪੁਲਿਸ ਕਹਿ ਰਹੀ ਹੈ ਕਿ ਰਾਜਾ ਦੀ ਪਤਨੀ ਸੋਨਮ ਨੇ ਹੀ ਆਪਣੇ ਬॉयਫ੍ਰੈਂਡ ਰਾਜ ਕੁਸ਼ਵਾਹਾ ਦੇ ਨਾਲ ਮਿਲ ਕੇ ਪਲਾਨ ਬਣਾਇਆ ਤੇ 2 ਸੁਪਾਰੀ ਕਿਲਰਸ ਦੇ ਨਾਲ ਇਹ ਪੂਰੀ ਪ੍ਰੋਪਰ ਪਲੈਨਿੰਗ ਕੀਤੀ ਗਈ ਹੈ। ਤੇ ਹੁਣ ਕੀ ਹੋਇਆ ਹੈ ਕਿ ਪੁਲਿਸ ਦੇ ਹੱਥ ਵਿੱਚ ਰਾਜ ਤੇ ਜਿਹੜੇ 2 ਸੁਪਾਰੀ ਕਿਲਰਸ ਨੇ ਉਹ ਦੋਨੋਂ ਆ ਚੁੱਕੇ ਨੇ, ਪੁਲਿਸ ਕਸਟਡੀ ਵਿੱਚ ਹੈ ਤੇ ਸੋਨਮ ਨੇ ਵੀ ਸਰੈਂਡਰ ਕਰ ਲਿਆ ਆ। ਕੁਐਸਚਨ ਇਹ ਹੈ ਕਿ ਤੁਸੀਂ ਆਪਣੀ ਲਾਈਫ ਬਰਬਾਦ ਕਰ ਲਈ ਇੱਕ ਮਰਡਰ ਕਰਕੇ। ਵਿਆਹ ਤੋਂ ਮਨਾ ਕਰ ਦੇਣਾ ਇਹ ਜ਼ਿਆਦਾ ਆਸਾਨ ਹੈ ਜਾਂ ਫਿਰ ਕਿਸੇ ਦਾ ਮਰਡਰ ਕਰ ਦੇਣਾ, ਕਿਉਂਕਿ ਇਹ ਪਹਿਲਾ ਕੇਸ ਨਹੀਂ ਹੈ ਜੋ ਇਸ ਤਰੀਕੇ ਦਾ ਸਾਹਮਣੇ ਆਇਆ ਹੈ। सोच के वेखो किसी नूं मार देना आसान हो गया है, इन्ना आसान हो गया है, या रिश्ता छड्ड देना औखा लगता है लोगों नूं। जिथे नो कहना एक चॉइस सी उथे मर्डर करना ये सॉल्यूशन किवें बन जाता है लोगों दे लई। सत श्री अकाल जी सारे दर्शकों का, मैं गीत बहुत बहुत स्वागत करती हाँ जी जस पंजाबी दे इस शो विच जिहदा नाम है चा ते चर्चा। आओ फिर चर्चा की शुरुआत करते हाँ, लेकिन तुहानूं पता है कि उस तो पहला कुछ विचार होंदे ने जिहड़े तुहाडे नाल मैं साझा करदी हाँ ते ਉਹ ਵਿਚਾਰ ਜਿਹੜੇ ਆ ਉਹ ਕਿਤੇ ਨਾ ਕਿਤੇ ਸਾਡੇ ਜਿਹੜੇ ਅੱਜ ਦੇ ਮਸਲੇ ਦੇ ਨਾਲ ਯਾਨੀ ਕਿ ਅੱਜ ਦੀ ਚਰਚਾ ਦਾ ਜਿਹੜਾ ਵਿਸ਼ਾ ਹੈ ਉਸ ਦੇ ਨਾਲ ਕਨੈਕਟਡ ਹੁੰਦੇ ਨੇ। ਤੇ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਜਿਹੜੀ ਖਬਰ ਤੇ ਐਕਚੁਅਲ ਮੈਂ ਅੱਜ ਚਰਚਾ ਕਰਨ ਵਾਲੀ ਆ ਨਾ ਉਹ ਇੰਡੀਅਨ ਨਿਊਜ਼ ਮੀਡੀਆ ਦੇ ਵਿੱਚ ਤੇ ਸੋਸ਼ਲ ਮੀਡੀਆ ਦੇ ਵਿੱਚ ਛਾਇਆ ਰਿਹਾ, ਪੂਰੇ ਦਿਨ ਛਾਇਆ ਰਿਹਾ, ਕਿਉਂਕਿ ਮਸਲਾ ਹੀ ਅਜਿਹਾ ਹੈ ਤੇ ਬੜਾ ਹੀ ਥਾਟ ਪ੍ਰੋਵੋਕਿੰਗ ਹੈ ਕਿ ਇਹ ਜੋ ਹੋ ਰਿਹਾ ਆ ਅੱਜ ਕੱਲ੍ਹ ਦੇ ਸਮਾਜ ਵਿੱਚ ਉਸ ਤਰੀਕੇ ਦਾ ਜਿਹੜਾ ਮਾਈਂਡਸੈਟ ਹੈ ਉਹ ਆ ਕਿੱਥੋਂ ਰਿਹਾ ਹੈ। ਇਹ ਜਿਹੜੀ ਸੋਚ ਹੈ, ਇੰਨੀ ਕਿਲਿੰਗ ਸੋਚ, ਇੰਨੀ ਭਿਆਨਕ ਸੋਚ, ਇਹ ਕਿੱਥੋਂ ਆ ਰਹੀ ਹੈ। दरअसल अज मैं उस मसले ते गल करन वाली हाँ जिहड़ा बहुत ही ज़्यादा डरावना है ते सानू सोच विचारन विच ये मजबूर कर दिंदा है, सोचन विच मजबूर कर दिंदा है कि जिहड़ा रिश्ता प्यार दे नाल शुरू होया ਉਹ ਕਿਵੇਂ ਮੌਤ ਵਿੱਚ ਤਬਦੀਲ ਹੋ ਜਾਂਦਾ ਹੈ। ਇਹ ਸੋਚ ਕੇ ਵੀ ਡਰ ਲੱਗਦਾ ਹੈ ਕਿ ਇਹ ਜਿਹੜੀ ਲੋਕਾਂ ਦੀ ਸੋਚ ਹੈ ਇਹ ਆ ਕਿੱਥੋਂ ਰਹੀ ਹੈ ਕਿ किसी का प्यार या किसी का हनीमून जो ट्रिप है वो डेथ ट्रिप विच बदल गया है। तो उस तो पहला कि मैं एक बार फिर उस मेन स्टोरी ते आवां, 2 गल्लां होर भी तुहाडे नाल साझा करनियां चाहांगी, वो साडी जिंदगी दे उत्तों जिंदगी दे नाल जुड़ी हुई है। तुसीं सब जानते हो कि जिंदगी विच ना 2 शख्स एक दूजे दे नाल जिंदगी गुजारन दा फैसला करते हैं ते ये जिहड़ा फैसला है ये सिर्फ विआह तक नहीं है, ये ਵਿਆਹ ਤੋਂ ਬਾਅਦ ਇੱਕ ਬਹੁਤ ਵੱਡੇ ਦਰਦ ਤੱਕ ਵੀ ਜਾ ਸਕਦਾ ਹੈ। ਉਹ ਦਰਦ ਮੌਤ ਦੇ ਨਾਲ ਜੁੜਿਆ ਹੋਇਆ ਹੈ। ਆਪਾਂ ਦੇਖਦੇ ਹਾਂ ਕਿ ਪਿਆਰ, ਵਿਸ਼ਵਾਸ ਤੇ ਸਾਥ ਦਾ ਰਿਸ਼ਤਾ, ਪਰ ਜਦ ਇਹ ਜਿਹੜਾ ਰਿਸ਼ਤਾ ਹੀ ਮੌਤ ਦਾ ਸਬਬ ਬਣ ਜਾਵੇ ਤਾਂ ਸਵਾਲ ਉੱਠਦੇ ਹੀ ਆ। ਵਿਆਹ ਸਭ ਕੁਝ ਨਹੀਂ ਹੈ, ਸਹੀ ਇਨਸਾਨ ਚੁਣਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ। ਤੇ ਅੱਜ ਕੱਲ੍ਹ ਦੇ ਰਿਸ਼ਤੇ ਵਿੱਚ ਇੰਨਾ ਕਨਫਿਊਜ਼ਨ ਆਖਿਰ ਕਿਉਂ ਹੋ ਰਿਹਾ ਹੈ। ना प्यार समझ आ रहा है ते ना उन्हां दा विछड़ना समझ आ रहा है। ते जद ब्रेकअप करना इन्ना मुश्किल लगता है तो कुछ लोगों नूं लगता है कि किसी नूं मार देना ही ईजी है। अज दी गल ना एक पर्सनल कहानी नहीं है, ये सिर्फ कहानी नहीं है, ये सोसाइटी की एक सोच है, एक मैंटल स्टेट है ते इमोशनल अनरीडनेस की एक कहानी है जिथे लोग प्यार विच नहीं ईगो विच किते ना किते डुब जाते हैं। एक किलिंग माइंडसैट, एक बहुत ही ज़्यादा डरावना उन्हों का माइंडसैट जिहड़ा बन गया आ, ये कित्थों ते किवें बन गया वो समझ तो परे आ। अजकल अजिहे केस सुनने नूं मिल रहे हैं जिहदे विच विआह हुंदा है ते विआह तो कुछ टाइम बाद
ਹਸਬੈਂਡ ਜਾਂ ਵਾਈਫ ਦੀ ਡੈਥ ਹੋ ਗਈ ਤੇ ਉਸ ਡੈਥ ਵਿੱਚ ਇਨਵੋਲਵਮੈਂਟ ਜਾਂ ਤੇ ਹਸਬੈਂਡ ਦੀ ਹੈ ਜਾਂ ਵਾਈਫ ਦੀ ਹੈ ਜਾਂ ਫਿਰ ਵਾਈਫ ਦਾ ਕਿਤੇ ਹੋਰ ਅਫੇਅਰ ਹੈ ਤੇ ਫਿਰ ਉਹ ਆਪਣੇ ਦੂਸਰੇ ਜਿਹੜਾ ਸ਼ਖਸ ਹੈ ਉਸ ਦੇ ਨਾਲ ਮਿਲ ਕੇ ਆਪਣੇ ਹਸਬੈਂਡ ਦੀ ਕਿਲਿੰਗ ਕਰ ਦਿੰਦੀ ਹੈ ਐਂਡ ਸੇਮ ਇਹ ਚੀਜ਼ ਹਸਬੈਂਡ ਦੇ ਨਾਲ ਵੀ ਹੈ। ਅੱਜ ਜੋ ਕੇਸ ਸਾਹਮਣੇ ਆਇਆ ਹੈ ਉਹ ਸਿਰਫ ਬ੍ਰੇਕਿੰਗ ਨਿਊਜ਼ ਨਹੀਂ ਹੈ, ਇੱਕ ਚਿਲਿੰਗ ਰਿਮਾਈਂਡਰ ਹੈ ਕਿ ਜਿੱਥੇ ਹਨੀਮੂਨਸ ਹੋਣੇ ਨੇ ਉੱਥੇ ਹਨੀ ਮਰਡਰਸ ਵੀ ਹੋ ਰਹੇ ਨੇ। ਦਰਅਸਲ ਮੈਂ ਨਾ ਇੱਕ ਅਜਿਹੇ ਕੇਸ ਦੀ ਗੱਲ ਕਰ ਰਹੀ ਹਾਂ ਜੋ ਕੱਲ ਪੂਰਾ ਦਿਨ ਇੰਡੀਅਨ ਮੀਡੀਆ ਵਿੱਚ ਛਾਇਆ ਰਿਹਾ ਤੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਬਸ ਉਸ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਆਈਆਂ ਤੇ ਮੈਂ ਸੋਚਿਆ ਕਿਉਂ ਨਾ ਇਸ ਤਰੀਕੇ ਦਾ ਜਿਹੜਾ ਵਿਸ਼ਾ ਆ ਉਹ ਆਪਣੇ ਦਰਸ਼ਕਾਂ ਦੇ ਸਮਕਸ਼ ਮੈਂ ਲੈ ਕੇ ਆਵਾਂ ਤੇ ਮੈਂ ਹੁਣ ਉਹ ਤੁਹਾਨੂੰ ਸਟੋਰੀ ਜਿਹੜੀ ਆ ਉਹ ਪੂਰੀ ਦੱਸਣ ਲੱਗੀ ਆ ਐਂਡ ਆਮ ਵੈਰੀ ਸ਼ੋਰ ਕਿ ਕੁਝ ਲੋਕਾਂ ਨੂੰ ਇਹ ਸਟੋਰੀ ਪਤਾ ਵੀ ਹੋਣੀ ਆ ਇਹ ਚੱਲ ਕੀ ਰਿਹਾ ਹੈ ਤੇ ਆ ਤੁਹਾਨੂੰ ਨਾਲ ਸ਼ਾਰਟਸ ਵੀ ਦਿਖਾਣੇ ਆ। ਦਰਅਸਲ ਇੰਦੌਰ ਦਾ ਰਾਜਾ ਰਘੁਵੰਸ਼ੀ, ਮੈਂ ਨਾਮ ਵੀ ਪ੍ਰੋਪਰ ਲਵਾਂਗੀ ਕਿਉਂਕਿ ਇਹ ਨਾਮ ਜਿਹੜੇ ਲਗਾਤਾਰ ਸੁਰਖੀਆਂ ਵਿੱਚ ਛਾਏ ਰਹੇ ਨੇ, ਹੈਡਲਾਈਨ ਵਿੱਚ ਬਣੇ ਹੋਏ ਨੇ ਤੇ ਅੱਜ ਵੀ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਲੈ ਕੇ ਖਬਰ ਹੋ ਰਹੀ ਹੈ। ਇੰਦੌਰ ਦਾ ਰਾਜਾ ਰਘੁਵੰਸ਼ੀ, ਉਹ ਜਿਹੜਾ ਮੇਲ ਪਰਸਨ ਤੁਹਾਨੂੰ ਦਿਖਾਈ ਦੇ ਰਿਹਾ ਦੈਟ ਇਜ਼ ਰਾਜਾ ਰਘੁਵੰਸ਼ੀ, ਜਿਨ੍ਹਾਂ ਨੇ 1 ਮਹੀਨੇ ਪਹਿਲਾਂ ਵਿਆਹ ਕੀਤਾ ਸੀਗਾ ਤੇ 11 ਮਈ ਨੂੰ ਵਿਆਹ ਤੇ 20 ਮਈ ਨੂੰ ਸੋਨਮ, ਉਹ ਜਿਹੜੀ ਕੁੜੀ ਤੁਹਾਨੂੰ ਨਜ਼ਰ ਆ ਰਹੀ ਹੈ ਉਹਦਾ ਨਾਮ ਸੋਨਮ ਹੈ ਤੇ ਇਹਨਾਂ ਦਾ 20 ਮਈ ਨੂੰ ਸੋਨਮ ਦੇ ਨਾਲ ਇਹ ਹਨੀਮੂਨ ਤੇ ਮੇਘਾਲय ਗਏ ਤੇ 2 ਜੂਨ ਨੂੰ ਕੀ ਹੋਇਆ, ਰਾਜਾ ਦੀ ਲਾਸ਼ ਜਿਹੜੀ ਹੈ ਉਹ ਜੰਗਲ ਵਿੱਚ ਮਿਲੀ ਤੇ ਪੁਲਿਸ ਕਹਿ ਰਹੀ ਹੈ ਕਿ ਰਾਜਾ ਦੀ ਪਤਨੀ ਸੋਨਮ ਨੇ ਹੀ ਆਪਣੇ ਬॉयਫ੍ਰੈਂਡ ਰਾਜ ਕੁਸ਼ਵਾਹਾ ਦੇ ਨਾਲ ਮਿਲ ਕੇ ਪਲਾਨ ਬਣਾਇਆ ਤੇ 2 ਸੁਪਾਰੀ ਕਿਲਰਸ ਦੇ ਨਾਲ ਇਹ ਪੂਰੀ ਪ੍ਰੋਪਰ ਪਲੈਨਿੰਗ ਕੀਤੀ ਗਈ ਹੈ ਤੇ ਉਹ ਜਿਹੜੇ 2 ਸੁਪਾਰੀ ਕਿਲਰ ਸੀ ਉਹਨਾਂ ਵਿੱਚੋਂ ਇੱਕ ਦਾ ਨਾਮ ਆਨੰਦ ਹੈ ਤੇ ਆਨੰਦ ਨੇ ਰਾਜਾ ਤੇ ਪਹਿਲਾ ਵਾਰ ਕੀਤਾ ਤੇ ਫਿਰ ਬਾਕੀਆਂ ਨੇ ਉਹਨੂੰ ਮਾਰ ਕੇ ਜੰਗਲ ਵਿੱਚ ਮਤਲਬ ਇੱਕ ਕੂੜੇ ਜਿਹੇ ਥੱਲੇ ਦੱਬ ਦਿੱਤਾ। ਫਿਰ ਸੋਨਮ ਨੇ ਮੇਘਾਲय ਜਾਣ ਦਾ ਪਹਿਲਾ ਟਿਕਟ ਤਾਂ ਕਰਵਾਈ ਸੀਗੀ, ਸਾਰੇ ਪਰਿਵਾਰ ਵਾਲਿਆਂ ਨੂੰ ਵੀ ਪਤਾ ਸੀਗੀ, ਪਰ ਵਾਪਸੀ ਦੀ ਟਿਕਟ ਨਹੀਂ ਸੀਗੀ। ਮਤਲਬ ਕਿ ਪਲਾਨ ਪਹਿਲਾਂ ਤੋਂ ਰੈਡੀ ਸੀ ਕਿ ਆਪਾਂ ਕਰਨਾ ਕੀ ਹੈ ਤੇ ਹੁਣ ਕੀ ਹੋਇਆ ਹੈ ਕਿ ਪੁਲਿਸ ਦੇ ਹੱਥ ਵਿੱਚ ਰਾਜ ਤੇ ਜਿਹੜੇ 2 ਸੁਪਾਰੀ ਕਿਲਰਸ ਨੇ ਉਹ ਦੋਨੋਂ ਆ ਚੁੱਕੇ ਨੇ, ਪੁਲਿਸ ਕਸਟਡੀ ਵਿੱਚ ਹੈ ਤੇ ਸੋਨਮ ਨੇ ਵੀ ਸਰੈਂਡਰ ਕਰ ਲਿਆ ਆ, ਸੋਨਮ ਵੀ ਕਸਟਡੀ ਵਿੱਚ ਹੈ। ਪਰ ਸਵਾਲ ਆਹੀ ਆ ਕਿ ਪ੍ਰੋਪਰ ਇਨਵੈਸਟੀਗੇਸ਼ਨ ਹੋਏਗੀ, ਸਭ ਕੁਝ ਕਬੂਲਨਾਮਾ ਵੀ ਸਾਹਮਣੇ ਆਊਗਾ, ਸਰੈਂਡਰ ਕਰ ਦੇਣਾ, ਗੱਲਾਂ ਕੁਝ ਸਾਹਮਣੇ ਆ ਚੁੱਕੀਆਂ ਨੇ ਜਿੱਥੋਂ ਪ੍ਰੋਪਰ ਪਤਾ ਚੱਲ ਰਿਹਾ ਹੈ ਕਿ ਇਹ ਪਲੈਨਿੰਗ ਕਿਸ ਤਰੀਕੇ ਦੀ ਕੀਤੀ ਗਈ ਹੈ ਤੇ ਇਹਦਾ ਅਸਲ ਜਿਹੜਾ ਮਕਸਦ ਸੀਗਾ ਉਹ ਕੀ ਸੀਗਾ। ਕਹਿਣ ਦਾ ਮਤਲਬ ਹੈ ਕਿ ਤੁਹਾਡਾ ਕਿਤੇ ਅਫੇਅਰ ਚੱਲ ਰਿਹਾ ਸੀਗਾ ਲੇਕਿਨ ਤੁਸੀਂ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਦੱਸ ਨਹੀਂ ਪਾਏ ਐਂਡ ਤੁਸੀਂ ਵਿਆਹ ਵੀ ਕਰਵਾ ਲਿਆ ਆਪਣੇ ਫੈਮਿਲੀ ਪ੍ਰੈਸ਼ਰ ਵਿੱਚ ਆ ਕੇ, ਸੋਸਾਈਟਲ ਪ੍ਰੈਸ਼ਰ ਵਿੱਚ ਆ ਕੇ, ਲੇਕਿਨ ਉਸ ਤੋਂ ਬਾਅਦ ਤੁਸੀਂ ਕੀ ਕੀਤਾ, ਜੋ ਤੁਸੀਂ ਕੀਤਾ ਕਿ ਉਹ ਸਹੀ ਸੀਗਾ। ਕੁਐਸਚਨ ਇਹ ਹੈ ਕਿ ਤੁਸੀਂ ਆਪਣੀ ਲਾਈਫ ਬਰਬਾਦ ਕਰ ਲਈ ਇੱਕ ਮਰਡਰ ਕਰਕੇ। ਲੇਕਿਨ ਸਵਾਲ ਇੱਥੇ ਇੱਕ ਬੜਾ ਜਾਇਜ਼ ਜਿਹਾ ਤੇ ਬੜਾ ਜਨਰਲ ਜਿਹਾ ਆ ਕਿ ਵਿਆਹ ਤੋਂ ਮਨਾ ਕਰ ਦੇਣਾ ਇਹ ਜ਼ਿਆਦਾ ਆਸਾਨ ਹੈ ਜਾਂ ਫਿਰ ਕਿਸੇ ਦਾ ਮਰਡਰ ਕਰ ਦੇਣਾ, ਕਿਉਂਕਿ ਇਹ ਪਹਿਲਾ ਕੇਸ ਨਹੀਂ ਹੈ ਜੋ ਇਸ ਤਰੀਕੇ ਦਾ ਸਾਹਮਣੇ ਆਇਆ ਹੈ। ਜਿਵੇਂ ਤੁਹਾਨੂੰ ਦੱਸਾਂ ਨਾ, ਕੱਲ ਮੈਂ ਕਿੰਨੇ ਸਾਰੇ ਸਕਰੀਨਸ਼ਾਟ ਲਏ ਨੇ ਇਸ ਚੀਜ਼ ਦੇ ਕਿ ਜਿੱਤੇ ਵਿੱਚ ਅਜਿਹੀ ਖਬਰਾਂ ਜਿਹੜੀਆਂ ਉਹ ਲਗਾਤਾਰ ਸਾਨੂੰ ਦੇਖਣ ਨੂੰ ਮਿਲੀਆਂ। मैं हिंदी में कहांगी कि हार्ट अटैक आया था, रेलकर्मी पति की पत्नी ने गला घोटकर हत्या कर दी। अगेन इट वॉज एक्स्ट्रा मैरिटल अफेयर। फिर 10 लाख में सुपारी देकर कराई पति की हत्या। भोपाल में पति ने किराएदार के साथ मिलके अपने पति को मार डाला। फिर अगेन 50,000 में बुलाए किलर, पत्नी के आशिक ने पति को मरवा दिया। ये सनसनीखेज मर्डर केस। एंड फिर पश्चिम बंगाल ईद का गिफ्ट दिलाने के बहाने पत्नी को बुलाया, फिर बेरहमी से हत्या कर दी। फिर पत्नी ने मार डाला पति को। ऐसा क्या हुआ कि उजाड़ दिया अपना ही सुहाग। मतलब हस्बैंड किलर्स फ्रॉम इंदौर टू मेरठ, द चिलिंग मर्डर केसेस आर सो मेनी देयर। मतलब द लिस्ट इज एंडलेस एंड ਇਹ ਚੀਜ਼ ਨੇ ਮੈਨੂੰ ਸੋਚਣ ਵਿੱਚ ਮਜਬੂਰ ਕਰ ਦਿੱਤਾ ਕਿ ਇਹ ਹੋ ਕੀ ਰਿਹਾ ਆ, ਇਹ ਕਿੱਥੋਂ ਇਸ ਤਰੀਕੇ ਦੀ ਜਿਹੜੀ ਕਿਲਿੰਗ ਮਾਈਂਡਸੈਟ ਹੈ ਲੋਕਾਂ ਦਾ ਹੋ ਗਿਆ ਹੈ ਹੁਣ ਕਿ ਤੁਸੀਂ ਰਿਸ਼ਤੇ ਲਈ ਮਨਾ ਕਰ ਦੋ ਨਾ, ਤੁਸੀਂ ਵਿਆਹ ਹੀ ਨਾ ਕਰੋ, ਲੇਕਿਨ ਉਸ ਤੋਂ ਬਾਅਦ ਜੋ ਤੁਸੀਂ ਕਰ ਰਹੇ ਹੋ ਉਹ ਤੁਹਾਡੇ ਲਈ ਕੀ ਇੰਨਾ ਈਜ਼ੀ ਹੈ। ਤੁਸੀਂ ਸੁਪਾਰੀ ਕਿਲਰਸ ਬੁਲਾ ਕੇ ਕਿਸ ਤਰੀਕੇ ਨਾਲ ਇੱਕ ਪ੍ਰੋਪਰ ਪਲੈਨਿੰਗ ਕਰਦੇ ਹੋ ਐਂਡ
ਜੇਕਰ ਆਪਾਂ ਇਸ ਕੇਸ ਦੀ ਗੱਲ ਕਰੀਏ ਨਾ ਤਾਂ ਸੋਸ਼ਲ ਮੀਡੀਆ ਤੇ ਇਹਨੂੰ ਲੈ ਕੇ ਕਿੰਨੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ। ਮਸਲਨ ਕਿ ਜਿਹੜਾ ਰਾਜਾ ਰਘੁਵੰਸ਼ੀ ਹੈ ਜਿਹਦਾ ਮਰਡਰ ਕਰ ਦਿੱਤਾ ਗਿਆ, ਉਸ ਦੀ ਕਈ ਰੀਲਸ ਉਹਦੀ ਭੈਣ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਸੀਗੀਆਂ ਵਿਆਹ ਦੀ ਹਰ ਇੱਕ ਸੈਰੇਮਨੀ ਦੀਆਂ, ਕਿ ਕਿੰਨੇ ਖੁਸ਼ ਸੀ ਪਰਿਵਾਰ ਵਾਲੇ। ਇਨਫੈਕਟ ਸੋਨਮ ਦੀ ਜੇ ਆਪਾਂ ਗੱਲ ਕਰੀਏ ਜੋ ਕਿ ਇਸ ਕੇਸ ਵਿੱਚ ਉਹਦੀ ਸੰਲਿਪਤਤਾ ਪਾਈ ਗਈ ਹੈ, ਉਹ ਵੀ ਖੁਸ਼ ਨਜ਼ਰ ਆ ਰਹੀ ਹੈ। ਫੇਸ਼ੀਅਲ ਐਕਸਪ੍ਰੈਸ਼ਨ ਉਹਦੇ ਹਾਵ ਭਾਵ ਕਾਫੀ ਕੁਝ ਜ਼ਾਹਿਰ ਕਰ ਦਿੰਦੇ ਨੇ, ਪਰਿਵਾਰ ਵਾਲੇ ਕਾਫੀ ਖੁਸ਼। ਲੇਕਿਨ ਫਿਰ ਵੀ ਅੰਦਰ ਕੀ ਚੱਲ ਰਿਹਾ ਸੀਗਾ, ਤੁਹਾਡੇ ਲੋਕਾਂ ਦੇ ਮਨ ਵਿੱਚ ਕੀ ਚੱਲ ਰਿਹਾ ਹੈ, ਇਹ ਕਿਸੇ ਨੂੰ ਪਤਾ ਹੀ ਨਹੀਂ ਹੈ। ਐਂਡ ਉਸ ਤੋਂ ਬਾਅਦ ਜੋ ਹੁੰਦਾ ਆ, that is unbelievable, ਆਪਾਂ ਉਸ ਤੇ ਬਿਲੀਵ ਕਰ ਹੀ ਨਹੀਂ ਸਕਦੇ ਆ। ਐਂਡ ਇਹ ਕੇਸ ਜਿਹੜਾ ਆ ਇਸ ਦੀ ਤਸਦੀਕ ਕਰਦਾ ਹੈ। ਸੋਚ ਕੇ ਵੇਖੋ, ਕਿਸੇ ਨੂੰ ਮਾਰ ਦੇਣਾ ਆਸਾਨ ਹੋ ਗਿਆ ਹੈ, ਇੰਨਾ ਆਸਾਨ ਹੋ ਗਿਆ ਆ, ਜਾਂ ਰਿਸ਼ਤਾ ਛੱਡ ਦੇਣਾ ਔਖਾ ਲੱਗਦਾ ਹੈ ਲੋਕਾਂ ਨੂੰ। ਜਿੱਥੇ ਨੋ ਕਹਿਣਾ ਇੱਕ ਚੋਇਸ ਸੀ, ਉੱਥੇ ਮਰਡਰ ਕਰਨਾ ਇਹ ਸੋਲੂਸ਼ਨ ਕਿਵੇਂ ਬਣ ਜਾਂਦਾ ਹੈ ਲੋਕਾਂ ਦੇ ਲਈ। ਵਿਆਹ ਤੋਂ ਪਹਿਲਾਂ ਇੱਕ ਓਨੈਸਟ ਇਨਕਾਰ, ਕਿ ਉਹ ਜ਼ਿਆਦਾ ਹੈਲਦੀ ਨਹੀਂ ਹੁੰਦਾ, ਤੁਹਾਨੂੰ ਨਹੀਂ ਲੱਗਦਾ? ਜਾਂ ਫਿਰ ਇਮੋਸ਼ਨਲ ਪ੍ਰੈਸ਼ਰ ਵਿੱਚ ਆ ਕੇ ਅਸੀਂ ਜ਼ਿੰਦਗੀ ਖੁਦ ਬਰਬਾਦ ਕਰ ਦਿੰਦੇ ਹਾਂ, ਜਿਵੇਂ ਹੁਣ ਸੋਨਮ ਨੇ ਕੀਤੀ। ਤੁਸੀਂ ਦੱਸੋ, ਆਪ ਹੀ ਦੱਸੋ ਕਿ ਕਿਸੇ ਨੂੰ ਛੱਡ ਦੇਣਾ ਆਸਾਨ ਹੁੰਦਾ ਆ ਜਾਂ ਉਹਨੂੰ ਮਾਰ ਦੇਣਾ। ਇਹ ਜਿਹੜਾ ਕੇਸ ਸਾਹਮਣੇ ਆਇਆ, ਇਹ ਸਾਰੇ ਕੁਐਸਚਨਸ ਇਸ ਕੇਸ ਦੇ ਨਾਲ ਜੁੜੇ ਹੋਏ ਨੇ। ਐਂਡ ਦਿਸ ਇਜ਼ ਨਾਟ ਦੀ ਓਨਲੀ ਕੇਸ। ਮੈਂ ਇਸ ਤੋਂ ਪਹਿਲਾਂ ਵੀ ਤੁਹਾਨੂੰ ਕਈ ਜਿਹੜੇ ਐਗਜ਼ਾਮਪਲ ਦਿੱਤੇ ਜੋ ਮੈਂ ਕੱਲ ਦੇਖ ਰਹੀ ਸੀ, ਤੇ ਇਹ ਸਭ ਜਿਹੜੇ ਕੁਐਸਚਨਸ ਆ, ਇਹ ਕਿਤੇ ਨਾ ਕਿਤੇ ਸਾਰੀ ਚੀਜ਼ਾਂ ਨਾਲ ਕਨੈਕਟਡ ਹੈ। ਮਤਲਬ ਇਹ ਮੈਂ ਖੁਦ ਸੋਚ ਰਹੀ ਸੀਗੀ ਕਿ ਇੱਕ ਜਿਹੜਾ ਕਹਿੰਦੇ ਆ ਨਾ ਕਿ ਇੱਕ ਚੋਇਸ ਹੁੰਦੀ ਹੈ ਤੁਹਾਡੇ ਸਾਹਮਣੇ, ਕਿ ਤੁਸੀਂ ਇੱਕ ਰਿਸ਼ਤੇ ਵਾਸਤੇ ਹਾਂ ਕਰੋ ਜਾਂ ਨਾ ਕਰੋ। ਤੁਸੀਂ ਹਾਂ ਕਰਦੇ ਹੋ, ਕਿਸੇ ਨਾ ਕਿਸੇ ਤਰੀਕੇ ਦਾ ਕੋਈ ਪ੍ਰੈਸ਼ਰ ਹੋ ਸਕਦਾ ਹੈ, ਬੀ ਇਟ ਸੋਸਾਇਟਲ ਪ੍ਰੈਸ਼ਰ, ਬੀ ਇਟ ਫੈਮਿਲੀ ਪ੍ਰੈਸ਼ਰ, ਜਾਂ ਕਿਸੇ ਇਨਸਾਨ ਨੂੰ ਲੱਗਦਾ ਹੈ ਕਿ ਲੋਕੀ ਕੀ ਕਹਿਣਗੇ। ਅਗੇਨ ਇਟਸ ਅ ਸੋਸਾਇਟਲ ਪ੍ਰੈਸ਼ਰ। ਤੇ ਇੰਨਾ ਪ੍ਰੈਸ਼ਰਸ ਦੇ ਵਿੱਚ ਆ ਕੇ ਅਸੀਂ ਇੰਨਾ ਵੱਡਾ ਕਦਮ, ਜੋ ਕਿ ਬਹੁਤ ਜ਼ਿਆਦਾ ਭਿਆਨਕ ਹੈ, ਬਹੁਤ ਜ਼ਿਆਦਾ ਹੀਨੀਅਸ ਇੱਕ ਕ੍ਰਾਈਮ ਹੈ, ਉਹਨੂੰ ਤੁਸੀਂ ਇੰਨਾ ਈਜ਼ੀਲੀ ਕਿੱਦਾਂ ਆਪਟ ਕਰ ਲੈਂਦੇ ਹੋ। ਅਸਲੀ ਸਵਾਲ ਇਹ ਨਹੀਂ ਕਿ ਫਲਾਣੇ ਨੇ ਫਲਾਣੇ ਨੂੰ ਮਾਰ ਦਿੱਤਾ, ਸਵਾਲ ਇਹ ਹੈ ਕਿ ਸੋਚ ਉਹਨਾਂ ਤੱਕ ਇਹ ਪਹੁੰਚਦੀ ਕਿਵੇਂ ਆ। ਇੱਕ ਕਾਲਰ ਸਾਡੇ ਨਾਲ ਜੁੜੇ ਹੋਏ ਨੇ, ਲੇਕਿਨ ਪਹਿਲਾਂ ਆਪਾਂ ਇੱਕ ਬ੍ਰੇਕ ਤੇ ਜਾਵਾਂਗੇ ਜੀ। ਬ੍ਰੇਕ ਤੇ ਆਪਾਂ ਫਟਾਫਟ ਵਾਪਸ ਆਵਾਂਗੇ ਤੇ ਫਿਰ ਗੱਲਾਂ ਤੁਹਾਡੇ ਨਾਲ ਕਰਾਂਗੇ। ਤੁਸੀਂ ਵੀ ਆਪਣੀ ਗੱਲਾਂ ਸਾਡੇ ਨਾਲ ਸਾਂਝੀਆਂ ਕਰਨੀਆਂ ਹੈ ਜੀ। ਛੋਟਾ ਜਿਹਾ ਤੇ ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਚਾਹ ਤੇ ਚਰਚਾ। ਤੇ ਅੱਜ ਇੱਕ ਬਹੁਤ ਹੀ ਡਰਾ ਦੇਣ ਵਾਲੀ ਸਟੋਰੀ ਦੀ ਆਪਾਂ ਗੱਲ ਕੀਤੀ ਹੈ, ਦੈਟ ਜਸਟ ਨਾਟ ਅ ਸਟੋਰੀ। ਕਿਉਂਕਿ ਅੱਜ ਕੱਲ੍ਹ ਦੇ ਰਿਸ਼ਤੇ ਨਾ ਜ਼ਿੱਦ ਵਿੱਚ ਚੱਲਦੇ ਨੇ, ਤੇ ਜਦੋਂ ਗੱਲ ਨਹੀਂ ਬਣਦੀ ਹੈ ਤਾਂ ਬੰਦਾ ਕਾਮਲੀ ਹਟਣ ਦੀ ਜਗ੍ਹਾ ਐਕਸਟ੍ਰੀਮ ਸੋਚ ਲੈ ਲੈਂਦਾ ਹੈ। ਐਕਸਟ੍ਰੀਮ ਸੋਚ ਮੇਰੇ ਕਹਿਣ ਦਾ ਭਾਵ ਇਹ ਹੈ ਕਿਸੇ ਨੂੰ ਮਾਰਨ ਤੱਕ ਤਿਆਰ ਹੋ ਜਾਂਦਾ ਹੈ। ਤੇ ਕਾਲਰ ਸਾਡੇ ਨਾਲ ਜੁੜੇ ਹੋਏ ਸੀਗੇ, ਆਪਾਂ ਉਹਨਾਂ ਨਾਲ ਫਟਾਫਟ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵਾਲੀਆ ਸਰ, ਕਿਵੇਂ ਹੋ ਤੁਸੀਂ? ਸਤਿ ਸ਼੍ਰੀ ਅਕਾਲ ਜੀ। ਜੀ ਬਹੁਤ ਅੱਛਾ ਤੁਹਾਡਾ ਸ਼ੋਅ ਹੈ, ਪ੍ਰੋਗਰਾਮ ਚੱਲ ਰਿਹਾ ਹੈ। ਪਰ ਅੱਜ ਬੜੀ ਨਿਊਜ਼ ਜਿਹੜੀ ਦੇਖੀ ਹੈ, ਬੜੀ ਸ਼ੌਕਿੰਗ ਨਿਊਜ਼ ਹੈ। ਇਹ ਹੋ ਕੀ ਰਿਹਾ ਮੈਨੂੰ ਸਮਝ ਆ ਰਹੀ ਤੇ ਸਾਰਾ ਟਾਈਮ ਇਹ ਚੀਜ਼ ਵਾਪਰ ਰਹੀ ਹੈ। ਦੇਖੋ, ਜੇ ਉਹ ਲੜਕੀ ਨੂੰ ਇੰਨਾ ਹੀ ਸੀ ਤੇ ਐਵੇਂ ਇਸ ਫੈਮਿਲੀ ਨਾਲ ਵਿਆਹ ਕਰਾਉਣ ਦੀ ਲੋੜ ਹੀ ਕੀ ਸੀ? ਮੈਨੂੰ ਲੱਗਦਾ ਜਿਸ ਤਰ੍ਹਾਂ ਕਿ ਉਹ ਪੈਸੇ ਨੂੰ ਦੇਖ ਰਹੀ ਸੀ ਕਿ ਵੱਡੀ ਸਾਮੀ ਹੈ, ਪੈਸੇ ਵਾਲੀ ਸਾਮੀ ਹੈ, ਤੇ ਪੈਸਾ ਇਹਨਾਂ ਦਾ ਇਕੱਠਾ ਹੋ ਗਿਆ ਹੋਏਗਾ। ਬਹੁਤ ਤੋਂ ਬਾਅਦ ਜਿਹੜਾ ਉਹਦਾ ਬॉयਫ੍ਰੈਂਡ ਹੈ ਉਹਦੇ ਨਾਲ ਵਿਆਹ ਕਰਾ ਕੇ ਲਾਈਫ ਜਿੰਦ ਜੀਵਾਂਗੇ। ਪਿਛਲੇ ਕੇਸੇ ਵਿੱਚ ਵੀ ਇਸ ਤਰ੍ਹਾਂ ਹੀ ਚੱਕਰ ਸੀ ਸਾਰਾ। ਐਗਜ਼ੈਕਟਲੀ। ਤੇ ਮੈਨੂੰ ਸਮਝ ਨਹੀਂ ਅੱਜ ਕੱਲ੍ਹ ਦੇ ਕੀ ਹੁਣ ਕਲਚਰ 'ਚ ਕੀ ਹੋ ਰਿਹਾ, ਹੋ ਕੀ ਰਿਹਾ, ਲੜਕੀਆਂ ਦੇ ਵਿੱਚ ਇਹ ਸੋਚ ਆ ਰਹੀ, ਕਿਸ ਤਰ੍ਹਾਂ ਆ ਰਹੀ, ਸਮਝ ਨਹੀਂ ਆ ਰਹੀ। ਬੜੀ ਸ਼ੌਕਿੰਗ ਨਿਊਜ਼ ਹੈ। ਐਂਡ ਸਰ, ਇਹ ਸੋਚ ਸਿਰਫ ਕੁੜੀਆਂ ਵਿੱਚ ਨਹੀਂ ਹੈ। ਮੈਨੂੰ ਤਾਂ ਲੱਗਦਾ ਹੈ ਕਿ ਬਹੁਤ ਸਾਰੇ ਅਜਿਹੇ ਕੇਸਿਸ ਜਿਹਦੇ ਵਿੱਚ ਇਨਵੋਲਵਮੈਂਟ ਆ ਹਸਬੈਂਡ ਤੇ ਵਾਈਫ ਦੋਨਾਂ ਦੀ ਹੈ। ਬਟ ਉਹੀ ਗੱਲ ਹੈ ਕਿ ਮੈਂ ਇੱਕ ਸਿੰਪਲ ਜਿਹਾ ਸਵਾਲ ਲੋਕਾਂ ਤੋਂ ਕਰ ਰਹੀ ਸੀਗੀ, ਸਾਰੇ ਆਪਣੇ ਦਰਸ਼ਕਾਂ ਤੋਂ ਕਰ ਰਹੀ ਹਾਂ, ਤੁਹਾਡੇ ਤੋਂ ਹੀ ਪੁੱਛਦੀ ਹਾਂ ਕਿ ਸਰ ਇਨਕਾਰ ਕਰ ਦੇਣਾ ਪਹਿਲਾਂ ਇਹ ਜ਼ਿਆਦਾ ਵਧੀਆ, ਜ਼ਿਆਦਾ ਈਜ਼ੀ ਨਹੀਂ ਹੈ? ਆਈ ਨੋ ਇੱਕ ਫੈਮਿਲੀ ਪ੍ਰੈਸ਼ਰ ਦੇ ਵਿੱਚ ਆ ਕੇ, ਸੋਸਾਇਟਲ ਪ੍ਰੈਸ਼ਰ ਵਿੱਚ ਆ ਕੇ ਅਸੀਂ ਹਾਂ ਕਰ ਦਿੰਦੇ ਹਾਂ ਕਿ ਲੋਕੀ ਕੀ ਸੋਚਣਗੇ, ਚਲੋ ਆਪਾਂ ਮੰਨ ਲੈਂਦੇ ਹਾਂ ਗੱਲ। ਲੇਕਿਨ ਅਗੇਨ ਤੁਸੀਂ ਕਿਸੇ ਹੋਰ ਦੇ ਨਾਲ ਇਨਵੋਲਵਡ ਹੋ, ਤੁਸੀਂ ਉਸ ਦੇ ਨਾਲ ਮਿਲ ਕੇ ਇਹ ਚੀਜ਼ ਕਿਵੇਂ ਪਲਾਨ ਕਰ ਲੈਂਦੇ ਹੋ? ਕਿਉਂਕਿ ਇੱਕਾ ਦੁੱਕਾ ਕੇਸ ਤੇ ਇਹ ਹੈਗੇ ਨਹੀਂ ਹੈ, ਇਹ ਤੇ ਜਿਵੇਂ ਨਾ ਇੱਕ ਲੜੀ ਚੱਲ ਪਈ ਹੈ।
ਉਹ ਕਹਿੰਦੇ ਲੜਕੀ ਅੱਜ ਕੱਲ੍ਹ ਤਾਂ ਬੜੀ ਬੋਲ ਹੈਗੀ ਹੈ, ਆਪਣੇ ਪੇਰੈਂਟਸ ਨੂੰ ਸਿੱਧੀ ਗੱਲ ਕਹਿੰਦੀ ਹੈ ਕਿ ਜੇ ਤੁਸੀਂ ਮੇਰਾ ਰਿਸ਼ਤਾ ਕਰਨਾ ਮੇਰੇ ਮੁਤਾਬਕ ਹੋਏਗਾ ਤੇ ਤੁਹਾਡੇ ਮੁਤਾਬਕ ਜੇ ਨਹੀਂ ਪਸੰਦ ਲੜਕਾ ਨਹੀਂ ਪਸੰਦ ਬੋਲ ਉਹ ਕਹਿ ਸਕਦੀ ਆਪਣੇ ਪੇਰੈਂਟਸ ਨੂੰ, ਉਹ ਕਹਿੰਦੀ ਵੀ ਹੈ ਅੱਜ ਕੱਲ੍ਹ ਜਿਹੜਾ ਚੱਲ ਰਿਹਾ। ਪਰ ਇਹ ਸੋਚ ਨਹੀਂ ਆ ਰਹੀ ਕਿ ਕਿਸ ਤਰ੍ਹਾਂ ਕਹਿ ਦੇ ਕਿ ਮੈਂ ਤੁਹਾਡਾ ਕਹਿਣਾ ਮੰਨ ਲਵਾਂ, ਪਰ ਉਹਨੂੰ ਪਤਾ ਉਹ ਅੰਦਰ ਕੀ ਚਾਲ ਚੱਲ ਰਹੀ ਹੈ। ਸਰ ਤੁਹਾਨੂੰ ਲੱਗਦਾ ਕਿ ਲੋਕਾਂ ਵਿੱਚ ਪੇਸ਼ੈਂਸ ਘਟ ਗਿਆ ਹੈ, ਟੋਲਰੈਂਸ, ਇਹ ਸਾਰੀ ਚੀਜ਼ਾਂ ਵੀ ਘਟ ਗਈਆਂ ਨੇ? ਮੇਬੀ ਦਿਸ ਇਜ਼ ਦਾ ਰੀਜ਼ਨ ਜਾਂ ਕੁਝ ਹੋਰ? ਮੈਂ ਸਿਰਫ ਮੈਨੂੰ ਇਹ ਚੀਜ਼ ਤਿੰਨਾਂ ਸਟੋਰੀਆਂ ਦੇ ਪਿੱਛੇ ਮੈਂ ਇਹੀ ਸੋਚ ਰਿਹਾ ਕਿ ਪੈਸਾ ਇਨਵੋਲਵ ਹੈਗਾ, ਲੜਕੇ ਪੈਸੇ ਵਾਲਾ ਹੈਗਾ, ਉਹਨਾਂ ਨੂੰ ਲਾਲਚ ਹੈਗਾ ਉਸ ਚੀਜ਼ ਦਾ ਯੂਜ਼ ਕੀਤਾ ਜਾ ਰਿਹਾ। ਬਟ ਸਰ ਇਹਦੇ ਕਨਸੀਕੁਐਂਸਸ ਨੂੰ ਪਤਾ ਵੀ ਤੇ ਹੋਣਗੇ ਨਾ। ਜੇ ਉਹਨੂੰ ਮਾਰ ਹੀ ਦਿੱਤਾ ਉਹਨੇ, ਮੰਨ ਲਓ ਪਲਾਨਿੰਗ ਕੀਤੀ, ਹਾਲੇ ਤੇ ਪੂਰੀ ਇਨਵੈਸਟੀਗੇਸ਼ਨ ਚੱਲੇਗੀ ਕਿ ਕੀ ਹੋਏਗਾ। ਹਾਲੇ ਤੇ ਕੁੜੀ ਨੇ ਬਸ ਸਰੈਂਡਰ ਕੀਤਾ ਹੈ ਤੇ ਜਿਸ ਤਰੀਕੇ ਦੇ ਉਹਦੇ ਹਾਵ ਭਾਵ ਹੈਗੇ ਆ, ਉਹ ਹੱਥ ਜੋੜ ਰਹੀ ਆ, ਕੁਝ ਬੋਲ ਨਹੀਂ ਰਹੀ ਆ, ਡਰੀ ਹੋਈ ਆ, ਇਸ ਤੋਂ ਪਤਾ ਲੱਗ ਰਿਹਾ ਹੈ ਕਿ ਆਈ ਮੀਨ ਕਿਤੇ ਨਾ ਕਿਤੇ ਉਹਦੀ ਇੱਕ ਬਹੁਤ ਵੱਡੀ ਇਨਵੋਲਵਮੈਂਟ ਤੇ ਹੈਗੀ ਹੀ ਹੈ। ਬਿੰਦੂ ਜੀ ਕਲੀਅਰ ਕਰਾਟ ਪਤਾ ਚੱਲ ਰਿਹਾ ਜਿਲੇ ਟਿਕਟ ਰਾਉਂਡ ਟ੍ਰਿਪ ਨਹੀਂ ਉਹਨੇ ਲਈ, ਇੱਕ ਵਨ ਸਾਈਡ ਦੀ ਟਿਕਟ ਲਈ ਹੈ। ਫਿਰ ਉਸ ਤੋਂ ਬਾਅਦ ਜਿਹੜੀ ਉਹਦੇ ਨਾਲ ਜਿਹੜੇ ਲਾਸਟ ਮੋਮੈਂਟ ਤੇ ਉਹਦੀ ਸੱਸ ਦੇ ਨਾਲ ਜਿਹੜੀਆਂ ਉਹਦੀ ਗੱਲਾਂ ਹੋਈਆਂ, ਰਿਕਾਰਡਿੰਗ ਸਾਰੀ ਉਹ ਦੱਸ ਰਹੀ ਸੀ ਕਿ ਉਹਦੇ ਵਿੱਚ ਇੰਨੀ ਬਲਕਿ ਨਾਰਮਲ ਚੱਲ ਰਹੀ ਸੀ। ਉਸ ਤੋਂ ਬਾਅਦ ਜਿਹੜੇ ਪਹਾੜੀ ਦਾ ਸੀਗਾ ਉੱਪਰ ਚੜ੍ਹਦੀਆਂ ਉਤਰ ਗਈਆਂ, ਬੜਾ ਮੁਸ਼ਕਿਲ ਹੈ, ਹਨੇਰਾ ਬੜਾ ਜੰਗਲ ਦੇ ਵਿੱਚ। ਉਸ ਪੁਆਇੰਟ ਨੋਟ ਕੀਤਾ ਤੁਸੀਂ? ਉੱਥੇ ਕਲੀਅਰ ਕੱਟ ਕਿਹਾ ਸੀ ਕਿ ਇੱਥੇ ਕੁਝ ਚੀਜ਼ ਹੈਪਨਿੰਗ ਹੋਣੀ ਹੈ। ਉਹ ਪਤਾ ਸੀ ਦਿਮਾਗ ਵਿੱਚ, ਉਹ ਪਹਿਲਾਂ ਆਪਣੀ ਸੱਸ ਨੂੰ ਦੱਸ ਰਹੀ ਸੀ ਕਿ ਬਹੁਤ ਹਨੇਰਾ ਹੈ, ਜੰਗਲ ਹੈਗਾ, ਪਤਾ ਨਹੀਂ ਇੱਥੇ ਕੀ ਹੋਏਗਾ। ਆਲਰੇਡੀ ਇਹ ਗੱਲਾਂ ਉਹ ਡਿਸਕਸ ਕਰ ਰਹੀ ਸੀ ਪਹਿਲਾਂ। ਯੈਸ 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 ਯੈਸ, ਇਹ ਸਾਰੀ ਤਫਤੀਸ਼ ਦਾ ਇੱਕ ਹਿੱਸਾ ਹੈ। ਬਟ ਚਲੋ ਸਰ ਅੱਗੇ ਜਾ ਕੇ ਦੇਖਦੇ ਹਾਂ ਕਿ ਇਹ ਜਿਹੜਾ ਪੂਰਾ ਦਾ ਪੂਰਾ ਮਾਮਲਾ ਹੈ ਉਹ ਕਿਸ ਦਿਸ਼ਾ ਵਿੱਚ ਅੱਗੇ ਵਧੇਗਾ। ਲੇਕਿਨ ਫਿਲਹਾਲ ਜੋ ਸਾਡੇ ਸਾਰਿਆਂ ਸਾਹਮਣੇ ਹੈਗਾ ਆ ਉਹ ਵਾਕਈ ਬਹੁਤ ਜ਼ਿਆਦਾ ਡਰਾਵਨਾ ਹੈ। ਥੈਂਕ ਯੂ ਸਰ, ਥੈਂਕ ਯੂ ਸੋ ਮਚ ਫॉर ਕਾਲਿੰਗ ਅਸ। ਥੈਂਕ ਯੂ। ਤੇ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ। ਦੇਖੋ ਮੈਨੂੰ ਲੱਗਦਾ ਹੈ ਕਿ ਮਤਲਬ ਵਿਆਹ ਤੋਂ ਪਹਿਲਾਂ ਬੰਦਾ ਥੋੜਾ ਸੋਚ ਲੇ, ਬੀ ਇਟ ਕੁੜੀ ਬੀ ਇਟ ਮੁੰਡਾ, ਪਰ ਅਕਸਰ ਮੇਰੇ ਖਿਆਲ ਨਾਲ ਹੁਣ ਜੋ ਟਾਈਮ ਹੈ ਉਹ ਨਹੀਂ ਸੋਚਿਆ ਜਾਂਦਾ। ਮੈਨੂੰ ਲੱਗਦਾ ਹੈ ਪੇਸ਼ੈਂਸ ਦੀ ਘਾਟ ਜਾਂ ਟੋਲਰੈਂਸ ਦੀ ਘਾਟ, ਇਹਨਾਂ ਸਾਰੀ ਚੀਜ਼ਾਂ ਦੀ ਘਾਟ। ਸੋਸ਼ਲ ਮੀਡੀਆ ਤੇ ਜਿੱਥੇ ਸਾਨੂੰ ਅੱਜ ਕੱਲ੍ਹ ਸਭ ਕੁਝ ਪਰਫੈਕਟ ਦਿਖਦਾ ਹੈ, ਉੱਥੇ ਅਸਲੀ ਜ਼ਿੰਦਗੀ ਵਿੱਚ ਪ੍ਰੈਸ਼ਰ ਜਿਹੜਾ ਆ ਉਹ ਬਹੁਤ ਜ਼ਿਆਦਾ ਵੱਧ ਗਿਆ ਹੈ। ਬੰਦਾ ਕੰਪੈਰੀਜ਼ਨ ਵਿੱਚ ਪਿਆਰ ਨੂੰ ਵੀ ਹੁਣ ਕੰਪੀਟੀਸ਼ਨ ਬਣਾ ਲੈਂਦਾ ਹੈ। ਗੱਲ ਸਿਰਫ ਇਹਨਾਂ ਦੋਨਾਂ ਸ਼ਖਸ ਰਾਜਾ ਜਾਂ ਸੋਨਮ ਦੀ ਨਹੀਂ ਆ। ਅੱਜ ਮੈਨੂੰ ਲੱਗਦਾ ਹੈ ਕਿ ਇਮੋਸ਼ਨਲ ਮੈਚਿਓਰਿਟੀ ਦੀ ਜਿਹੜੀ ਕਮੀ ਹੈ ਨਾ, ਉਹ ਹਰ ਥਾਂ ਨਜ਼ਰ ਆਉਂਦੀ ਹੈ। ਬੰਦਾ ਪਿਆਰ 'ਚ ਵੀ ਆਪਣਾ ਕੰਟਰੋਲ ਦਿਖਾਣਾ ਚਾਹੁੰਦਾ ਹੈ, ਆਪਣੀ ਮਰਜ਼ੀ ਚਲਾਉਣਾ ਚਾਹੁੰਦਾ ਹੈ, ਤੇ ਜਦੋਂ ਉਹ ਮਰਜ਼ੀ ਨਹੀਂ ਚੱਲਦੀ ਤਾਂ ਉਹ ਛੱਡ ਨਹੀਂ ਪਾਉਂਦਾ, ਉਹ ਰਸਤੇ ਤੋਂ ਹੀ ਉਹਨੂੰ ਹਟਾ ਦਿੰਦਾ ਹੈ। ਭਾਵੇਂ ਕੁੜੀ ਮੁੰਡੇ ਨੂੰ ਹਟਾ ਦੇ ਜਾਂ ਫਿਰ ਮੁੰਡਾ ਜਿਹੜਾ ਆ ਉਹ ਕੁੜੀ ਨੂੰ ਹਟਾ ਦੇ। ਕਿਸੇ ਹੋਰ ਨੂੰ ਮਾਰਨਾ ਬੰਦਾ ਉਸ ਟਾਈਮ ਜਸਟੀਫਾਈ ਤੇ ਕਰ ਲੈਂਦਾ ਹੈ, ਪਰ ਅਸਲ ਵਿੱਚ ਉਹ ਆਪਣੇ ਗੁੱਸੇ, ਆਪਣੇ ਈਗੋ ਜਾਂ ਫੇਲਿਅਰ ਨੂੰ ਛੁਪਾ ਰਿਹਾ ਹੁੰਦਾ ਹੈ। ਮਤਲਬ ਵਾਟ ਆਈ ਥਿੰਕ, ਜੋ ਮੇਰਾ ਓਪੀਨੀਅਨ ਹੈ। ਤੇ ਇੱਕ ਹੋਰ ਗੱਲ ਹੈ, ਅੱਜ ਕੱਲ੍ਹ ਨਾ ਟੌਕਸਿਕ ਲਵ ਸਟੋਰੀਜ਼ ਨੂੰ ਵੀ ਬੜਾ ਗਲੈਮਰਾਈਜ਼ ਕੀਤਾ ਜਾ ਰਿਹਾ ਹੈ, ਬੜਾ ਉਹਨੂੰ ਗਲੋਰੀਫਾਈ ਕਰਕੇ ਬਣਾਇਆ ਜਾਂਦਾ ਆ। ਜੇ ਤੁਸੀਂ ਕਿਸੇ ਨੂੰ ਛੱਡ ਗਏ ਹੈ ਨਾ, ਛੱਡ ਦਿੱਤਾ ਤੁਸੀਂ ਕਿਸੇ ਨੂੰ, ਤਾਂ ਬੰਦਾ ਕਹੂ ਮੈਂ ਇਹਨੂੰ ਬਰਬਾਦ ਕਰ ਦੇਣਾ ਹੈ। ਤੇ ਇਹ ਲਾਈਨਾਂ ਕਿਤੇ ਨਾ ਕਿਤੇ ਮੂਵੀ ਵਿੱਚ ਤੇ ਠੀਕ ਲੱਗਦੀ ਹੈ, ਪਰ ਅਸਲ ਜ਼ਿੰਦਗੀ 'ਚ ਨਾ ਇਹ ਜੇਲ੍ਹ ਦੀ ਟਿਕਟ ਕਿਤੇ ਨਾ ਕਿਤੇ ਬਣ ਜਾਂਦੀ ਹੈ। ਅਗੇਨ ਇਟਸ ਅ ਟੌਕਸਿਕ ਲਵ। ਤੁਸੀਂ ਦੱਸੋ ਕਿ ਕਿਸੇ ਰਿਸ਼ਤੇ ਨੂੰ ਸ਼ਾਂਤੀ ਨਾਲ ਖਤਮ ਕਰਨਾ ਇਹ ਕਿਸੇ ਇਨਸਾਨ ਨੂੰ ਔਖਾ ਲੱਗ ਸਕਦਾ ਆ? ਕਿ ਅੱਜ ਬੰਦਾ ਮਾਰ ਕੇ ਹੀ ਪ੍ਰੂਵ ਕਰਨਾ ਚਾਹੁੰਦਾ ਹੈ ਕਿ ਉਹ ਰਾਈਟ ਸੀ। ਜਿਵੇਂ ਮੰਨ ਲਓ ਸੋਨਮ ਤੇ ਉਹਦੇ ਨਾਲ ਜਿਹੜੇ ਦੋ ਸੁਪਾਰੀ ਕਿਲਰਸ ਨੇ, ਕਿ ਅੱਜ ਉਹੀ ਸੋਚ ਰਹੇ ਹੋਣਗੇ ਕਿ ਅਸੀਂ ਜੋ ਕੀਤਾ ਆ ਉਹ ਸਹੀ ਹੈ। ਆਈ ਨੋ ਇਨਸਾਨ ਗੁੱਸੇ ਵਿੱਚ ਆ ਕੇ ਜਾਂ ਫਿਰ ਕਿਸੇ ਪ੍ਰੈਸ਼ਰ ਵਿੱਚ ਆ ਕੇ ਜਾਂ ਇੱਕ ਸਟੇਟ ਆਫ ਮਾਈਂਡ ਕਿਸ ਦਾ ਹੁੰਦਾ ਹੈ ਕਿ ਉਹ ਕੁਝ ਗਲਤ ਕਰ ਬੈਠਦਾ ਹੈ, ਲੇਕਿਨ ਉਸ ਦੇ ਬਾਅਦ ਇੱਕ ਗਿਲਟ ਤੇ ਜ਼ਰੂਰ ਹੁੰਦਾ ਹੀ, ਹਾਲਾਂਕਿ ਕਿਸੇ ਨੂੰ ਹੀ ਹੋ ਸਕਦਾ ਆ। ਜਿੱਥੇ ਤੱਕ ਸੋਨਮ ਦੀ ਗੱਲ ਹੈ, ਮੇਬੀ ਸ਼ਾਇਦ ਜੋ ਉਹਦੇ ਹਾਵ ਭਾਵ ਹੈ ਉਹ ਇਹ ਕਹਿੰਦੇ ਕਿ ਹੁਣ ਸ਼ਾਇਦ ਉਹਨੂੰ ਇਹ ਗਿਲਟ ਹੈਗਾ ਹੈ ਕਿ ਜੋ ਕੀਤਾ ਉਹ ਗਲਤ ਕੀਤਾ, ਕਿਉਂਕਿ ਇਹ ਸਭ ਚੀਜ਼ਾਂ ਕਰਨ ਤੋਂ ਬਾਅਦ ਉਹਨੇ ਜਿਸ ਸ਼ਖਸ ਨੂੰ ਕਾਲ ਮਿਲਾਇਆ ਸੀ ਉਹ ਉਹਦਾ ਬ੍ਰਦਰ ਸੀਗਾ। ਹਾਲਾਂਕਿ ਉਹਨੇ ਨਹੀਂ ਉਹਨੂੰ ਦੱਸਿਆ ਕਿ ਮੇਰੀ ਇਹਦੇ ਵਿੱਚ ਕੀ ਇਨਵੋਲਵਮੈਂਟ ਹੈ। ਹਾਲਾਂਕਿ ਉਸਦਾ ਭਰਾ ਇਹ ਕਹਿੰਦਾ ਹੈ ਕਿ ਜੇ ਮੇਰੀ ਸਿਸਟਰ ਨੇ ਕੁਝ ਇਸ ਤਰੀਕੇ ਦਾ ਕ੍ਰਾਈਮ ਕੀਤਾ ਹੈ ਤੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਖੈਰ ਇਹ ਸਭ ਇੱਕ ਤਫਤੀਸ਼ ਦਾ ਇੱਕ ਹਿੱਸਾ ਹੋਗਾ, ਇਨਵੈਸਟੀਗੇਸ਼ਨ ਦਾ ਹਿੱਸਾ ਹੋਗਾ, ਜਿਸ ਦੇ ਉੱਤੇ ਆਪਾਂ ਜ਼ਿਆਦਾ ਜਾਵਾਂਗੇ ਨਹੀਂ, ਕਿਉਂਕਿ ਆਪਾਂ ਤੇ ਇੱਕ ਜਨਰਲ ਜੀ ਗੱਲ ਕਰ ਰਹੇ ਹਾਂ ਕਿ ਕਿਸੇ ਰਿਸ਼ਤੇ ਦੇ ਲਈ ਈਜ਼ੀਲੀ
ਨਾ ਕਰ ਦੇਣਾ ਇਹ ਲੋਕਾਂ ਲਈ ਈਜ਼ੀ ਹੈ ਜਾਂ ਫਿਰ ਕਿਸੇ ਨੂੰ ਮਾਰ ਦੇਣਾ ਇਹ ਉਹਨਾਂ ਨੂੰ ਜ਼ਿਆਦਾ ਈਜ਼ੀ ਲੱਗਦਾ ਹੈ। ਤੇ ਜੇ ਇਹ ਮਾਈਂਡਸੈਟ ਉਹਨਾਂ ਕੋਲ ਆ ਰਿਹਾ ਹੈ, ਉਹਨਾਂ ਦੇ ਦਿਮਾਗ ਵਿੱਚ ਆ ਰਿਹਾ ਕਿ ਮਾਰ ਦੇਣਾ ਜ਼ਿਆਦਾ ਈਜ਼ੀ, ਤੇ ਇਸ ਤਰੀਕੇ ਦਾ ਜਿਹੜਾ ਮਾਈਂਡਸੈਟ ਹੈ ਉਹ ਆ ਕਿੱਥੋਂ ਰਿਹਾ ਹੈ? ਹਰ ਰਿਸ਼ਤੇ ਦੀ ਗਾਰੰਟੀ ਨਹੀਂ ਹੁੰਦੀ, ਪਰ ਹਰ ਇਨਸਾਨ ਦੀ ਜ਼ਿੰਦਗੀ ਦੀ ਕੀਮਤ ਤੇ ਹੁੰਦੀ ਹੈ ਨਾ। ਜੇ ਵਿਆਹ ਨਹੀਂ ਚੱਲਦਾ ਤਾਂ ਰਿਸਪੈਕਟਫੁਲੀ ਮੁਕਾ ਦਿੱਤਾ ਜਾ ਸਕਦਾ ਹੈ, ਮਾਰਨਾ ਕੋਈ ਆਪਸ਼ਨ ਨਹੀਂ ਹੁੰਦਾ। ਤੇ ਉਹ ਸਿਰਫ ਇਮੋਸ਼ਨਲ ਫੇਲਿਅਰ ਦੀ ਇੱਕ ਬਹੁਤ ਵੱਡੀ ਨਿਸ਼ਾਨੀ ਹੈ। ਲੋਕੀ ਇਮੋਸ਼ਨਲੀ ਅੱਜਕੱਲ ਫੇਲ ਹੋ ਰਹੇ ਨੇ। ਸੋਚੋ ਸਮਝੋ ਤੇ ਜਦੋਂ ਤੱਕ ਰੈਡੀ ਨਾ ਹੋਵੋ ਵਿਆਹ ਵਿੱਚ ਕਦਮ ਹੀ ਨਾ ਰੱਖੋ। ਸਤਿ ਸ਼੍ਰੀ ਅਕਾਲ ਬਾਜਵਾ ਸਰ, ਵੈਲਕਮ ਟੂ ਜਸਟ ਪੰਜਾਬ। ਸਤਿ ਸ਼੍ਰੀ ਅਕਾਲ ਸਰ। ਜੀ ਸਰ। ਹਾਂ, ਮੈਂ ਦੇ ਵਿੱਚ ਮੇਰਾ ਇਹ ਓਪੀਨੀਅਨ ਹੈ ਵੀ ਇਹ ਇੰਡੀਆ ਦਾ ਕੇਸ ਹੈ ਜੋ ਤੁਸੀਂ ਦੱਸ ਰਹੇ ਜੀ। ਹਾਂਜੀ। ਉੱਥੇ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਨਾ ਉਹ ਕੰਪਰੋਮਾਈਜ਼ਡ ਹੈ। ਲੋਕਾਂ ਨੂੰ ਡਰ ਨਹੀਂ ਹੈ। ਹੁਣ ਇਹਦੇ ਵਿੱਚ ਅੱਗੋਂ ਫਾਲੋ ਅਗਰ ਮੀਡੀਆ ਜਾਂ ਦੂਜਾ ਕਰੇ, ਅਗਰ ਇਹ ਬਕਾਇਦਾ ਇਹ ਕੁੜੀ ਦੇ ਬॉयਫ੍ਰੈਂਡ ਦੇ ਨਾਲ ਇਹ ਹੋਇਆ, ਇਹਦੇ ਵਿੱਚ ਵੇਖੋ ਤੁਸੀਂ ਸਜ਼ਾ ਪਤਾ ਨਹੀਂ ਕੀ ਬਣੇਗੀ। ਅਗਰ ਪੇਰੈਂਟਸ ਹੋਏ ਚੰਗੇ, ਜਿੱਥੇ ਪੈਸਾ ਚੱਲ ਜਾਏਗਾ ਦੂਜਾ ਚੱਲ ਜਾਏਗਾ। ਸੋ ਇਹ ਜੁਡੀਸ਼ੀਅਲ ਸਿਸਟਮ ਦਾ ਡਰ ਨਹੀਂ ਹੈ ਇੰਡੀਆ 'ਚ ਲੋਕਾਂ ਨੂੰ, ਮੇਰਾ ਤੇ ਇਹ ਕਹਿਣਾ। ਜੀ ਜੀ। ਐਂਡ ਉਹ ਜਿਹੜਾ ਮੈਂ ਕੁਐਸਚਨ ਪੁੱਛ ਰਹੀ ਸੀਗੀ ਕਿ ਇਹ ਮਾਈਂਡਸੈਟ ਸਰ ਕਿੱਥੋਂ ਆ ਰਿਹਾ ਹੈ, ਮੈਂ ਇਸੇ ਤੁਹਾਡਾ ਪਰਸਪੈਕਟਿਵ ਜ਼ਰੂਰ ਜਾਨਣਾ ਚਾਹਾਂਗੀ। ਮਾਰ ਦੇਣਾ ਲੋਕਾਂ ਨੂੰ ਅੱਜਕੱਲ ਇੰਨਾ ਈਜ਼ੀ ਕਿਉਂ ਲੱਗਦਾ ਹੈ? ਅੱਜਕੱਲ ਸੋਸਾਇਟੀ ਹੈ ਜਿਹੜੀ ਡੇਟਿੰਗ ਹੈ, ਡੇਟਿੰਗ ਦੀ ਹਾਲੇ ਉੱਥੇ ਮੈਚਿਓਰਿਟੀ ਪੂਰੀ ਨਹੀਂ ਲੋਕਾਂ ਨੂੰ। ਓਕੇ। ਸੋ ਕੁੜੀ ਨੂੰ ਵੀ ਮੁੰਡੇ ਨੂੰ ਵੀ, ਜਿਵੇਂ ਹੁਣ ਇੱਥੇ ਅਮਰੀਕਾ 'ਚ ਹੈਗਾ, ਕੁੜੀਆਂ ਮੁੰਡੇ ਡੇਟਿੰਗ ਕਰਦੇ ਹੈ, ਵਿੱਚ ਬਣ ਜਾਂਦੀਆਂ, ਟੁੱਟ ਜਾਂਦੀਆਂ, ਦੁਬਾਰਾ ਸ਼ਾਦੀਆਂ ਉੱਥੇ ਜੋ ਕਰਨੀ ਚਾਹੁੰਦੇ ਨਹੀਂ ਹੁੰਦੇ, ਪਰ ਦੁਬਾਰਾ ਉਹ ਰਿਵੈਂਜਫੁਲ ਨੇਚਰ ਨਹੀਂ ਹੈ। ਇਹ ਵੀ ਇੱਕ ਆਪਣੀ ਸੁਸਾਇਟੀ ਦੀ ਇਹ ਪੂਰੀ ਹਾਲੇ ਡਿਵੈਲਪਮੈਂਟ ਨਹੀਂ ਹੋਈ। ਬੇਸ਼ੱਕ ਅਸੀਂ ਬੜੇ IT ਦੇ ਐਕਸਪਰਟ ਬਣ ਗਏ ਆ, ਦੂਜੇ ਬਣ ਗਏ ਆ, ਕੁਛ ਕਹਿੰਦੇ ਆ ਵੀ ਅੱਗੋਂ ਹੋਰ ਬੜਾ ਕੰਟਰੀ ਡਿਵੈਲਪ ਹੋ ਜਾਏਗਾ, ਪਰ ਸਾਡੇ ਸਮਾਜਿਕ ਸਿਸਟਮ ਹਾਲੇ ਡਿਵੈਲਪ ਨਹੀਂ ਹੋਏ। ਇਹ ਜੀ ਅਸੈਪਟੈਂਸ ਨਹੀਂ ਹੋਈ। ਕੁੜੀਆਂ ਮਾਂ-ਬਾਪ ਨੂੰ ਦੱਸਦੀਆਂ ਨਹੀਂ, ਮੁੰਡੇ ਮਾਂ-ਬਾਪ ਨੂੰ ਦੱਸਦੇ ਨਹੀਂ। ਸੋ ਉਹ ਫਿਰ ਮਾਂ-ਬਾਪ ਹਾਲੇ ਵੀ ਸੋਚਦੇ ਆ ਵੀ ਅਸੀਂ ਇਹਨਾਂ ਦੀ ਅਰੇਂਜ ਮੈਰਿਜ ਕਰੀਏ। ਸੋ ਇਹ ਉਹਦੇ ਨਤੀਜੇ ਆ, ਅਸੀਂ ਸੋਸ਼ਲੀ ਡਿਵੈਲਪ ਨਹੀਂ ਹੋਏ ਉੱਥੇ। ਚਲੋ, ਥੈਂਕ ਯੂ ਸਰ, ਥੈਂਕ ਯੂ ਸੋ ਮਚ ਆਪਣੇ ਵਿਚਾਰ ਸਾਡੇ ਨਾਲ ਸਾਂਝਾ ਕਰਨ ਲਈ। ਥੈਂਕ ਯੂ ਸੋ ਮਚ ਸਰ, ਐਵੇਂ ਜੁੜੇ ਰਹੋ ਸਰ ਸਾਡੇ ਨਾਲ। ਮੈਨੂੰ ਤਾਂ ਇੰਝ ਲੱਗਦਾ ਹੈ ਨਾ ਕਿ ਅੱਜ ਕੱਲ੍ਹ ਜੋ ਸਿਸਟਮ ਚੱਲ ਰਿਹਾ ਹੈ ਉਹਦੇ ਵਿੱਚ ਮੁੰਡਾ ਤੇ ਕੁੜੀ, ਉਹਨਾਂ ਵਿੱਚ ਇੱਕ ਸੈਂਸ ਆਫ ਜਿਹੜੀ ਇੱਕ ਰਿਸਪੌਂਸਿਬਿਲਿਟੀ ਹੈ। ਮਤਲਬ ਇਹ ਹਰ ਕੇਸ ਦੀ ਮੈਂ ਗੱਲ ਨਹੀਂ ਕਰ ਰਹੀ ਹਾਂ, ਹਰ ਕੇਸ ਡਿਫਰੈਂਟ ਹੁੰਦਾ ਹੈ, ਬਟ ਜ਼ਿਆਦਾਤਰ ਜੋ ਮੈਨੂੰ ਲੱਗਦਾ ਹੈ ਉਹਦੇ ਵਿੱਚ ਇੰਝ ਲੱਗਦਾ ਹੈ ਕਿ ਅੱਜ ਕੱਲ੍ਹ ਲੋਕੀ ਰਿਸਪੌਂਸਿਬਿਲਿਟੀ, ਪੇਸ਼ੈਂਸ ਤੇ ਟਰਸਟ, ਸਪੇਸ, ਕਿਉਂਕਿ ਇਹ ਸਭ ਇੱਕ ਰਿਸ਼ਤੇ ਲਈ, ਸਿਰਫ ਵਿਆਹ ਦੀ ਗੱਲ ਨਹੀਂ ਮੈਂ ਕਰ ਰਹੀ, ਇੱਕ ਰਿਸ਼ਤੇ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਤੇ ਜਦੋਂ ਇਹ ਚੀਜ਼ਾਂ ਕਿਤੇ ਵੀ ਸਾਨੂੰ ਨਜ਼ਰ ਨਹੀਂ ਆ ਰਹੀਆਂ ਤੇ ਫਿਰ ਉਹ ਰਿਸ਼ਤਾ ਹੀ ਨਹੀਂ ਹੈ। ਤੇ ਇਸ ਲਈ ਮੈਨੂੰ ਲੱਗਦਾ ਹੈ ਕਿ ਜਦੋਂ ਇਹ ਚੀਜ਼ਾਂ ਕਿਸੇ ਇਨਸਾਨ ਵਿੱਚ ਹੈਗੀਆਂ ਹੀ ਨਹੀਂ ਹੈ, ਫਿਰ ਉਹ ਦੂਸਰਾ ਆਪਸ਼ਨ ਹੀ ਚੂਜ਼ ਕਰਦਾ ਹੈ, ਔਰ ਉਹ ਹੈ ਕਿਸੇ ਨੂੰ ਮਾਰਨ ਦਾ। ਤੁਸੀਂ ਆਪਣੇ ਵਿਚਾਰ ਮੈਨੂੰ ਲਿਖ ਕੇ ਵੀ ਸਾਂਝਾ ਕਰ ਸਕਦੇ ਹੋ ਅੱਜ ਦੇ ਇਸ ਵਿਸ਼ੇ ਦੇ ਉੱਤੇ, ਤੇ info@justbroadcasting.com ਜਾਂ geet@justbroadcasting.com ਤੇ ਆਪਣੇ ਵਿਚਾਰ ਮੇਰੇ ਨਾਲ ਸਾਂਝਾ ਜ਼ਰੂਰ ਕਰਿਓ। ਚਾਹ ਤੇ ਚਰਚਾ ਬੜਾ ਹੀ ਵੱਖਰਾ ਜਿਹਾ ਪ੍ਰੋਗਰਾਮ ਜਿਹਦੇ ਵਿੱਚ ਆਪਾਂ ਜਨਰਲ ਆਮ ਗੱਲਬਾਤ ਕਰਦੇ ਹਾਂ ਕਿਸੇ ਵੀ ਵਿਸ਼ੇ ਦੇ ਉੱਤੇ। ਤੇ ਇਸ ਪ੍ਰੋਗਰਾਮ ਨੂੰ ਲੈ ਕੇ ਓਵਰਆਲ ਤੁਹਾਡਾ ਕੋਈ ਸੁਝਾਅ, ਕੋਈ ਸਜੈਸ਼ਨ ਜਾਂ ਕੋਈ ਸ਼ਿਕਾਇਤ ਵੀ ਹੋਵੇ ਤੇ ਸਾਨੂੰ ਦੱਸਣਾ ਜ਼ਰੂਰ ਜੀ, ਅਸੀਂ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਫਿਲਹਾਲ ਤੇ ਮੈਨੂੰ ਇਜਾਜ਼ਤ ਦਿਓ ਜੀ। ਚਾਹ ਤੇ ਚਰਚਾ ਵਿੱਚ ਅੱਜ ਦੇ ਲਈ ਇੰਨਾ ਹੀ, ਤੇ ਜਸਟ ਪੰਜਾਬੀ ਦੇ ਬਾਕੀ ਪ੍ਰੋਗਰਾਮਸ ਲਈ ਸਟੇ ਟਿਊਨ ਵਿਦ ਅਸ। ਸਤਿ ਸ਼੍ਰੀ ਅਕਾਲ।